subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਾਡੇ ਪਿਆਰੇ ਦੋਸਤੋ, ਅੱਜ ਅੰਬਰਾਂ ਦੇ ਸਿਰਨਾਵੇਂ 'ਚ ਜਿਹੜੇ ਸਾਡੇ ਮਹਿਮਾਨ ਨੇ ਜੀਤ ਸੁਰਜੀਤ ਬੈਲਜੀਅਮ ਤੋਂ ਆਏ ਨੇ। ਗਜ਼ਲ ਲਿਖਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਗਜ਼ੀ ਕਿਰਦਾਰ ਇਹਨਾਂ ਦਿਨਾਂ 'ਚ ਛਪੀ ਹੈ। ਗਜ਼ਲ ਲਿਖਦੇ ਨੇ, ਬਹੁਤ ਹੀ ਪਿਆਰੀ ਗਜ਼ਲ ਤੇ ਬੜੀ ਪਿਆਰੀ ਸ਼ਖਸੀਅਤ ਨੇ। ਜੀਤ ਜੀ, ਤੁਹਾਡਾ ਇੱਥੇ ਆਉਣ ਤੇ ਮਨਦੀਪ ਕੌਰ ਟਾਂਗਰਾ ਦੇ ਸ਼ੋਅ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਵਿਸ਼ਾਲ ਜੀ। ਮੈਂ ਅੰਬਰਾਂ ਦੇ ਸਿਰਨਾਵੇਂ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਬਹੁਤ ਚੰਗਾ ਲੱਗ ਰਿਹਾ ਹੈ ਕਿ ਇਸ ਮੰਚ ਤੇ ਮੈਂ ਆਪ ਸਭ ਦੇ ਰੂਬਰੂ ਹੋ ਰਹੀ ਹਾਂ। ਸੁਰਜੀਤ ਜੀ, ਸਾਨੂੰ ਆਪਾਂ ਰਵਾਇਤੀ ਸਵਾਲਾਂ ਤੋਂ ਪਰਾਂ ਹਟ ਕੇ ਇਹ ਗੱਲ ਕਰਦੇ ਹਾਂ ਕਿ ਤੁਹਾਨੂੰ ਕਦੋਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਸ਼ਬਦਾਂ ਦੇ ਲਫ਼ਜ਼ਾਂ ਦੇ ਸਟੋਨ ਜਿਹੜੇ ਆ ਅੰਦਰ ਇਕੱਠੇ ਸ਼ੁਰੂ ਹੋਣੇ ਹੋ ਗਏ, ਯਾਨੀ ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਗਜ਼ਲ ਵਰਗੀ ਵਿਧਾ ਨੂੰ ਕਦੋਂ ਚੁਣਿਆ ਤੇ ਕਦੋਂ ਤੁਸੀਂ ਇਸ ਲੇਖਣੀ ਵੱਲ ਆਏ? ਦੇਖੋ ਵਿਸ਼ਾਲ ਜੀ, ਇਹ ਅਸੀਂ ਪੰਜਾਬੀ ਲੋਕ ਹਾਂ, ਇਹ ਸਾਡੇ ਖੂਨ ਵਿੱਚ ਸੁਭਾਅ ਵਿੱਚ ਕਿਤੇ ਨਾ ਕਿਤੇ ਇਹ ਅੰਸ਼ ਪਹਿਲਾਂ ਹੀ ਮੌਜੂਦ ਹੁੰਦੇ ਆ। ਉਹ ਗੱਲ ਵੱਖਰੀ ਆ ਕਿ ਸਾਨੂੰ ਇਸ ਨੂੰ ਪਹਿਚਾਣਦਿਆਂ, ਇਸ ਨੂੰ ਉਭਾਰਦਿਆਂ ਕੁਝ ਟਾਈਮ ਲੱਗ ਜਾਂਦਾ ਹੈ। ਅਤੇ ਜਦੋਂ ਛੋਟੇ ਹੁੰਦਿਆਂ ਤੋਂ ਐਕਚੁਅਲੀ ਮੈਨੂੰ ਥੋੜ੍ਹੀ ਬਹੁਤੀ ਸ਼ਬਦਾਂ ਨਾਲ ਸਾਂਝ ਸੀ। ਮੈਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀਆਂ ਲੱਗਦੀਆਂ ਸੀ, ਥੋੜ੍ਹਾ ਬਹੁਤਾ ਲਿਖਦੀ ਵੀ ਸੀ, ਤੁਕਬੰਦੀ ਵੀ, ਕੁਛ ਵਿਗਾੜ ਕੇ ਚੀਜ਼ਾਂ ਨੂੰ। ਪਰ ਜਿਵੇਂ ਕਹਿ ਲਓ ਕਿ ਪ੍ਰੋਪਰ ਗਾਈਡੈਂਸ ਵੀ ਨਹੀਂ ਸੀ ਅਤੇ ਪ੍ਰੋਪਰ ਉਤਸ਼ਾਹ ਵੀ ਕੋਈ ਨਹੀਂ ਸੀ ਕਰ ਰਿਹਾ। ਪੇਰੈਂਟਸ ਨੂੰ ਵੀ ਇਹੀ ਸੀ ਕਿ ਤੁਸੀਂ ਆਪਣੇ ਸਟੱਡੀ 'ਤੇ ਫੋਕਸ ਕਰੋ, ਇਹਨਾਂ ਚੀਜ਼ਾਂ ਲਈ ਬਹੁਤ ਟਾਈਮ ਪਿਆ ਆ। ਜਾਂ ਜਿਵੇਂ ਕਹਿ ਲਓ ਕਿ ਪਿੰਡਾਂ ਵਿੱਚ ਮਾਹੌਲ ਥੋੜ੍ਹਾ ਡਿਫਰੈਂਟ ਹੁੰਦਾ ਆ ਅਤੇ ਇਸ ਬੰਨੇ ਨਹੀਂ ਸੀ ਸੋਚਿਆ। ਅਤੇ ਜਦੋਂ 2007 ਵਿੱਚ ਐਕਚੁਅਲੀ ਮੇਰੇ ਮੰਮਾ ਐਕਸਪਾਇਰ ਹੁੰਦੇ ਆ। ਉਸ ਤੋਂ ਬਾਅਦ ਜਿਵੇਂ ਕਹਿ ਲਓ ਕਿ ਜਿਹੜੀ ਗੱਲ ਮੈਂ ਆਪਣੀ ਮਦਰ ਨਾਲ ਕਰਨੀ ਹੁੰਦੀ ਸੀ ਉਹ ਕਲਮ ਦੇ ਰਾਹੀਂ ਮੇਰੇ ਅੰਦਰੋਂ ਨਿਕਲਣੀ ਸ਼ੁਰੂ ਹੋ ਗਈ। ਅਤੇ ਇਸ ਤੋਂ ਫਿਰ ਮੈਂ ਖੁੱਲ੍ਹੀਆਂ ਕਵਿਤਾਵਾਂ, ਨਜ਼ਮ ਵਗੈਰਾ ਕਾਫੀ ਲਿਖੀਆਂ। ਅਤੇ ਹੌਲੀ ਹੌਲੀ 2015 ਵਿੱਚ ਐਕਚੁਅਲੀ ਮੈਂ ਗਜ਼ਲ ਦੀ ਵਿਧਾ ਦੀ ਪ੍ਰੋਪਰ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਹੈ। ਤੁਸੀਂ ਪਿਛਲੇ ਲੰਬੇ ਸਮੇਂ ਤੋਂ 20 ਸਾਲ ਤੋਂ ਬੈਲਜੀਅਮ 'ਚ ਰਹਿ ਰਹੇ ਹੋ। ਤੁਹਾਡਾ ਪੰਜਾਬ ਵਿੱਚ ਪਿੰਡ ਮੈਂ ਵੀ ਜਾਣਨਾ ਚਾਹਾਂਗਾ, ਦਰਸ਼ਕ ਵੀ ਸਾਡੇ ਪਰਿਵਾਰਕ ਪਿਛੋਕੜ ਬਾਰੇ ਕੋਈ ਜਾਣਕਾਰੀ? ਜੀ, ਮੈਂ ਕਪੂਰਥਲਾ ਜ਼ਿਲ੍ਹਾ ਦਾ ਪਿੰਡ ਹੈ, ਬਹੁਤ ਮਸ਼ਹੂਰ ਹੈ ਪਿੰਡ ਸਾਡਾ, ਇਤਿਹਾਸਿਕ ਪਿੰਡ ਹੈ, ਨਵਾਂ ਠੱਟਾ ਦੀ ਜੰਪਲ ਆ। ਅਤੇ ਮੇਰੀ ਮੁੱਢਲੀ ਪੜ੍ਹਾਈ ਵੀ ਉੱਥੋਂ ਹੀ ਹੈ। 8th ਤੱਕ ਸੀ ਉਸ ਟਾਈਮ ਸਕੂਲ। 9th ਅਤੇ 10th ਅਸੀਂ ਟਿੱਬਾ ਸਕੂਲ, ਸਾਨੂੰ 3 ਕਿਲੋਮੀਟਰ ਪੈਂਦਾ ਸੀ ਅੱਗੇ, ਉੱਥੋਂ ਕੀਤੀ। ਗ੍ਰੈਜੂਏਸ਼ਨ ਮੇਰੀ ST ਕਾਲਜ ਫॉर ਵੂਮੈਨ ਸੁਲਤਾਨਪੁਰ ਲੋਧੀ ਦੀ ਹੈ। ਅਤੇ ਪੋਸਟ ਗ੍ਰੈਜੂਏਸ਼ਨ MA ਇਕਨੋਮਿਕਸ ਰਣਧੀਰ ਕਾਲਜ ਕਪੂਰਥਲਾ ਤੋਂ। ਹਾਂਜੀ, ਅਤੇ ਮੈਂ ਪਰਿਵਾਰਿਕ ਤੌਰ 'ਤੇ ਪਰ ਘਰ ਵਿੱਚੋਂ ਸਭ ਤੋਂ ਵੱਡੀ ਬੇਟੀ ਹੈ। ਅਤੇ ਇਹ ਵਿਦੇਸ਼ ਜਾਣ ਦਾ ਫਿਰ ਬੈਲਜੀਅਮ ਕਿੱਦਾਂ ਸਬੱਬ ਬਣਿਆ? ਇਹ ਜਿਵੇਂ ਆਪਣੇ ਆਮ ਹੀ ਲੜਕੀਆਂ ਨੂੰ ਜੋ ਹੁੰਦਾ ਕਿ ਅਗਲੇ ਘਰ ਦਾ ਜੋ ਵੀ ਸਿਸਟਮ ਆ, ਹਸਬੈਂਡ ਉੱਧਰ ਹੀ ਸੀਗੇ, ਇੰਗੇਜਮੈਂਟ ਮੇਰੇ ਬਾਹਰ ਰਹਿੰਦੇ ਆ, ਇੱਧਰ ਮਤਲਬ ਪੱਕੇ ਸੀਗੇ ਹਸਬੈਂਡ, ਉਹਨਾਂ ਨਾਲ ਹੋਈ ਸੀ।
ਅੰਮ੍ਰਿਤਸਰ ਦੇ ਨਿਵਾਸੀ ਹੈਗੇ ਨੇ ਤੇ ਬੈਲਜੀਅਮ ਚ ਤਕਰੀਬਨ 8-9 ਸਾਲ ਤੋਂ ਰਹਿ ਰਹੇ ਸੀ। 1999 ਚ ਮੇਰੀ ਮੈਰਿਜ ਹੋਈ ਇਹਨਾਂ ਨਾਲ ਤੇ 2001 ਤੋਂ ਮੈਂ ਪ੍ਰੋਪਰਲੀ ਬੈਲਜੀਅਮ ਵਿੱਚ ਰਹਿ ਰਹੀ ਹਾਂ। ਤੇ ਫਿਰ ਉਹਨਾਂ ਨੂੰ ਤੁਹਾਡਾ ਗਜ਼ਲ ਲਿਖਣਾ ਉਹਨਾਂ ਨੇ ਕਿੰਨਾ ਸਾਥ ਦਿੱਤਾ ਜਾਂ ਕੀ ਤੁਸੀਂ ਹੰਡਾਇਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਕਿ ਮੇਰੇ ਹਸਬੰਡ ਨੂੰ ਜ਼ਿਆਦਾ ਸਾਹਿਤਕ ਤੌਰ ਤੇ ਕੋਈ ਏਡੀ ਖਿੱਚ ਨਹੀਂ ਹੈਗੀ, ਇੰਨੀ ਦਿਲਚਸਪੀ ਨਹੀਂ ਹੈ ਉਹਨਾਂ ਨੂੰ, ਪਰ ਹਾਂ ਮੈਨੂੰ ਉਹਨਾਂ ਨੇ ਕਦੇ ਨਹੀਂ ਰੋਕਿਆ। ਬੱਚਿਆਂ ਦੀ ਸਪੋਰਟ ਪੂਰੀ ਮਿਲੀ ਆ, ਉਹਨਾਂ ਵੱਲੋਂ ਫੁੱਲ ਸਪੋਰਟ ਹੈ। ਮਮਾ ਤੁਸੀਂ ਕਰੋ ਕੁਝ, ਤੁਹਾਨੂੰ ਚੰਗਾ ਲੱਗਦਾ ਤੇ ਆਪਣੇ ਲਈ ਸੋਚੋ, ਕੁਝ ਕਰੋ। ਤੇ ਬਸ ਇਸੇ ਤਰ੍ਹਾਂ ਹੀ ਮੇਰਾ ਰੁਝਾਨ ਵੱਧਦਾ ਗਿਆ। ਬਾਕੀ ਜਦੋਂ ਸਾਹਿਤਕ ਤੌਰ ਤੇ ਮੇਲ ਮਿਲਾਪ ਵੱਧਦਾ ਆ, ਕੁਝ ਚੰਗੀ ਗਾਈਡੈਂਸ ਮਿਲ ਜਾਂਦੀ ਹੈ ਤੇ ਉਸੇ ਤਰ੍ਹਾਂ ਹੀ ਆਪਣਾ ਅੱਗੇ ਮਾਹੌਲ ਬਣਦਾ ਚਲਾ ਜਾਂਦਾ। ਇਹ ਦੇਖੋ ਯੂਰਪ ਵਰਗੇ ਦੇਸ਼ 'ਚ ਰਹਿ ਕੇ ਮੇਰਾ ਖਿਆਲ ਉੱਥੇ ਬੈਲਜੀਅਮ ਤਾਂ ਇਟਲੀ ਤਾਂ ਅਜੇ ਹੈ ਕੁਝ ਰਾਈਟਰ ਲੋਕ, ਬੈਲਜੀਅਮ 'ਚ ਵੀ ਹੈ ਕੁਝ ਲੇਖਕ ਲੋਕ ਜਿਨ੍ਹਾਂ ਨਾਲ ਮੁਲਾਕਾਤ, ਮਹੀਨਾਵਾਰੀ ਮੀਟਿੰਗ, ਕੋਈ ਸਾਹਿਤ ਸਭਾ ਅਜੇ ਤੱਕ ਬੈਲਜੀਅਮ 'ਚ ਹੋਣ 'ਚ ਨਹੀਂ ਆਈ। ਵੈਸੇ ਕਾਫੀ ਪੰਜਾਬੀਆਂ ਲਈ ਕੰਮ ਕੀਤਾ ਜਾ ਰਿਹਾ, ਜਿਵੇਂ ਸਾਡੇ ਬੈਲਜੀਅਮ ਚ ਸੇਵਾ ਕੇਂਦਰ ਕਲਚਰ ਸੁਸਾਇਟੀ ਹੋਣ ਚਾਹੀਏ, ਔਰ ਜਿਵੇਂ ਪਿੱਛੇ ਜਿਹੇ ਹੜ੍ਹ ਆ ਗਏ ਸੀ ਯੂਰਪ ਵਿੱਚ, ਕਾਫੀ ਉਸ ਵਕਤ ਵੀ ਫੂਡ ਵਗੈਰਾ ਦੀ ਸੇਵਾ ਵੀ ਕਰਦੇ ਰਹੇ ਆ ਤੇ ਪੰਜਾਬੀ ਲਈ ਚੰਗੇ ਪ੍ਰੋਗਰਾਮ ਕਰਵਾਏ ਜਾ ਰਹੇ ਆ। ਹੁਣ ਵਿਸਾਖੀ ਦਾ ਮੇਲਾ ਕਰਵਾਉਣ ਜਾ ਰਹੇ ਸੀ, ਦੇਰ ਬਾਅਦ ਖੁੱਲਿਆ ਆ ਕਰੋਨਾ ਦੇ ਚੱਕਰ ਤੇ ਇਸ ਪਰ ਉਹ ਲੱਗਾ ਕਿ ਟਾਈਮ ਘੱਟ ਆ, ਬਿਲਕੁਲ ਵਿਸਾਖੀ ਨੇੜੇ ਆ, ਇਸ ਕਰਕੇ ਪੰਜਾਬੀ ਮੇਲਾ ਕਰਵਾ ਰਹੇ ਅਸੀਂ, ਪਰ ਉਹਦੀ ਅਜੇ ਡੇਟ ਆਏਗੀ। ਵੈਸੇ ਤੀਆਂ ਦਾ ਪ੍ਰੋਗਰਾਮ, ਦੀਵਾਲੀ ਦਾ, ਇਸ ਤਰ੍ਹਾਂ ਦੇ ਪੰਜਾਬੀ ਪ੍ਰੋਗਰਾਮ ਸਮੇਂ-ਸਮੇਂ ਤੇ ਉਲੀਕੇ ਜਾਂਦੇ ਆ, ਕਰਵਾਏ ਜਾਂਦੇ ਆ। ਹਾਂਜੀ, ਉੱਥੇ ਫਿਰ ਜੀਤ ਜੀ ਜਿਸ ਤਰ੍ਹਾਂ ਯੂਰਪ ਵਿੱਚ ਮੈਂ ਵੀ ਇੱਕ ਲੰਬਾ ਸਮਾਂ ਗੁਜ਼ਾਰਿਆ, ਬੜਾ ਮੁਸ਼ਕਲ ਹੁੰਦਾ ਕੰਮਾਂ ਕਾਰਾਂ ਦੇ ਵਿੱਚ, ਤੇ ਉੱਥੇ ਇੰਨੇ ਰੁਝੇਵਿਆਂ ਭਰੀ ਜ਼ਿੰਦਗੀ, ਕੰਮਕਾਰ, ਬੱਚਿਆਂ ਨੂੰ ਸਾਂਭਣਾ, ਕੰਮ ਤੋਂ ਆਉਣਾ, ਥੱਕੇ ਟੁੱਟੇ ਆਉਣਾ, ਫਿਰ ਗਜ਼ਲ ਵਰਗੀ ਇੰਨੀ ਸੂਖਮ ਚੀਜ਼ ਦੇ ਨਾਲ, ਸੂਖਮ ਗਜ਼ਲ ਦੇ ਨਾਲ, ਲਫ਼ਜ਼ਾਂ ਨਾਲ ਨਿਭਣਾ, ਇਹ ਕਿੱਦਾਂ ਸੰਭਵ ਹੋ ਜਾਂਦਾ ਤੁਹਾਡਾ ਉੱਥੇ ਟਾਈਮ? ਬਹੁਤ ਸੋਹਣਾ ਸਵਾਲ ਤੁਸੀਂ ਪੁੱਛਿਆ ਹੈ। ਤੇ ਕੋਈ ਵੀ ਕੰਮ ਆ ਉਦਮ ਉਪਰਾਲੇ ਤੋਂ ਬਿਨਾਂ ਨੇਪਰੇ ਨਹੀਂ ਚੜਦਾ। ਤੇ ਹਾਂਜੀ, ਬੇਸ਼ੱਕ ਬਹੁਤ ਰੁਝੇਵੇਂ ਆ ਸਾਨੂੰ ਪ੍ਰਦੇਸ਼ਾਂ ਵਿੱਚ, ਤੇ ਉਸੇ ਅਕੋਰਡਿੰਗ ਸਾਨੂੰ ਕਰਨਾ ਪੈਂਦਾ, ਨਿਭਾਉਣਾ ਪੈਂਦਾ, ਵਿਚਰਨਾ ਪੈਂਦਾ ਹੈ। ਘਰ ਦੇ ਕੰਮ ਵੀ ਸਾਰੇ ਦੇਖਣੇ ਪੈਂਦੇ ਆ। ਪਰ ਮੈਂ ਇੱਥੇ ਇੱਕ ਗੱਲ ਹੀ ਕਹਿਣਾ ਚਾਹਾਂਗੀ ਕਿ ਜਦੋਂ ਕਿਸੇ ਵੀ ਕੰਮ ਪ੍ਰਤੀ ਤੁਹਾਡੇ ਮਨ 'ਚ ਲਾਲਸਾ ਆ ਜਾਂ ਭਾਵਨਾ ਆ, ਉਹ ਤੁਹਾਨੂੰ ਤੁਹਾਡੇ ਮੁਕਾਮ ਤੱਕ ਲੈ ਹੀ ਜਾਂਦੀ ਆ। ਕੰਮ ਕਰਦਿਆਂ ਕਰਦਿਆਂ ਕੋਈ ਨਾ ਕੋਈ ਖਿਆਲ ਮੇਰੇ ਮਨ ਵਿੱਚ ਆਉਂਦਾ ਤੇ ਮੈਂ ਉਸਨੂੰ ਮਤਲਬ ਅੱਗੇ ਉਹਨੂੰ ਡਿਵੈਲਪ ਕਰਦੀ ਰਹਿੰਦੀ ਹਾਂ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਵੈਰ ਵਿੱਚ ਬੰਨਣਾ। ਕਿ ਕਈ ਵਾਰੀ ਇਹ ਵੀ ਹੁੰਦਾ ਕਿ ਸਾਡੇ ਕੋਲ ਖਿਆਲ ਸੰਭਾਲੇ ਨਹੀਂ ਜਾਂਦੇ, ਰੁਝੇਵੇਂ ਇੰਨੇ ਹੁੰਦੇ ਆ। ਹਾਂਜੀ, ਨਿਕਲ ਵੀ ਜਾਂਦੇ ਆ, ਪਰ ਜੋ ਇੱਕ ਵਾਰੀ ਸ਼ੁਰੂ ਕਰ ਲਈਦਾ ਨਾ ਤੇ ਉਹ ਪਤਾ ਵੀ ਨਹੀਂ ਲੱਗਦਾ, ਕਈ ਵਾਰੀ ਬਹੁਤ ਜਲਦੀ ਕਵਰ ਕਰ ਲੈਂਦੇ ਆ ਉਸ ਚੀਜ਼ ਨੂੰ ਅਸੀਂ। ਦੇਖੋ ਇੱਕ ਜਿਵੇਂ ਵਿਦੇਸ਼ ਦੀ ਆਪਾਂ ਗੱਲ ਕਰ ਰਹੇ ਹਾਂ, ਲਿਖਣਾ ਕਿੰਨਾ ਔਖਾ, ਟਾਈਮ ਕੱਢਣਾ ਕਿੰਨਾ ਔਖਾ, ਫਿਰ ਇਹ ਸਾਰਾ ਕੁਝ ਕਰਕੇ ਤੁਸੀਂ ਆ ਖੂਬਸੂਰਤ ਕਿਤਾਬ ਵੀ ਦਿੱਤੀ ਆ, ਤੇ ਕਿਤਾਬ ਤੱਕ ਜਿਹੜਾ ਪਹੁੰਚਣ ਦਾ ਕਿਵੇਂ ਸਬਬ ਬਣਿਆ ਕਿ ਇਹਨੂੰ ਜਿਹੜਾ ਕਿਤਾਬੀ ਰੂਪ ਦਿੱਤਾ ਜਾਵੇ? 2015 ਵਿੱਚ ਹੀ ਮੈਂ ਸੋਸ਼ਲ ਮੀਡੀਆ ਤੇ ਆਈ ਆ, ਫੇਸਬੁੱਕ ਰਾਹੀਂ, ਤੇ ਕਾਫੀ ਚੰਗੀਆਂ ਸ਼ਖਸੀਅਤਾਂ ਨਾਲ ਜਾਣ ਪਹਿਚਾਣ ਹੋਈ ਆ। ਕਾਫੀ ਇਟਲੀ ਤੋਂ ਵੀ, ਇੰਗਲੈਂਡ ਤੋਂ ਵੀ, ਤੇ ਕੈਨੇਡਾ ਵਾਸੀ ਵੀ ਹੈਗੇ ਆ, ਸਕਾਟਲੈਂਡ ਤੋਂ ਵੀ ਹੈ। ਬਹੁਤ ਚੰਗੇ ਸਾਹਿਤਕਾਰ ਜੁੜੇ ਮੇਰੇ ਨਾਲ, ਜਿਨ੍ਹਾਂ ਨੇ ਮੈਨੂੰ ਸਮੇਂ-ਸਮੇਂ ਤੇ ਰਾਹਨੁਮਾਈ ਵੀ ਦਿੱਤੀ ਆ ਤੇ ਮੈਨੂੰ ਉਤਸ਼ਾਹਿਤ ਵੀ ਕੀਤਾ ਹੈ ਕਿ ਤੁਹਾਡੇ ਖਿਆਲ ਅੱਛੇ ਨੇ, ਤੁਸੀਂ ਇਸ ਨੂੰ ਹੋਰ ਵੀ ਡਿਵੈਲਪ ਕਰ ਸਕਦੇ ਹੋ। ਤੇ ਜਦੋਂ ਕਾਫੀ ਮਤਲਬ ਮਟੀਰੀਅਲ ਇਕੱਠਾ ਹੋ ਗਿਆ ਸੀ ਤੇ ਇਧਰੋਂ ਭਾਜੀ ਦਿਲਜਿੰਦਰ ਸਿੰਘ ਹੁਣੀ ਆ, ਸਾਹਿਤ ਸਭਾ ਸੁਰ ਸੰਗਮ ਇਟਲੀ ਦੇ, ਉਹਨਾਂ ਨੇ ਮੈਨੂੰ ਇਸ ਕੰਮ ਲਈ ਜੀ ਉਹਨਾਂ ਨੇ ਹੀ ਮੈਨੂੰ ਇਸ ਕੰਮ ਤੋਂ ਲਈ ਉਤਸ਼ਾਹਿਤ ਕੀਤਾ ਕਿ ਹੁਣ ਤੁਸੀਂ ਭੈਣ ਜੀ ਨੂੰ ਕਿਤਾਬੀ ਰੂਪ ਵਿੱਚ ਲੈ ਆਓ, ਮਟੀਰੀਅਲ ਅੱਛਾ ਹੈ ਤੇ ਪਾਠਕਾਂ ਦੇ ਹੱਥ ਆਉਣਾ ਚਾਹੀਦਾ। ਬਸ ਇਸੇ ਤਰ੍ਹਾਂ ਹੀ ਸਬਬ ਬਣ ਗਿਆ। ਕਿਤਾਬ ਛਪਣ ਤੋਂ ਬਾਅਦ ਕਿੱਦਾਂ ਮਹਿਸੂਸ ਕਰਦੇ ਤੁਸੀਂ? ਤਜਰਬਾ ਨਵਾਂ ਹੈ, ਪਰ ਬਹੁਤ ਵਧੀਆ ਲੱਗ ਰਿਹਾ ਹੈ। ਹੁਣ ਮੇਰੀ ਭਾਵਨਾ ਨੂੰ ਮੈਂ ਬਿਆਨ ਨਹੀਂ ਕਰ ਸਕਦੀ। ਇਹ ਦੇਖੋ ਜਿੱਦਾਂ ਔਰਤ ਨੂੰ ਸਮਾਜ ਵਿੱਚ ਵਿਚਰਦਿਆਂ ਬੜੀਆਂ ਮੁਸ਼ਕਲਾਂ ਚੋਂ ਨਿਕਲਣਾ ਪੈਂਦਾ, ਤੁਹਾਡਾ ਲੇਖਕ ਹੋਣਾ ਤੇ ਕਦੇ ਕੋਈ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ
ਘਰਦਿਆਂ ਵੱਲੋਂ ਜਾਂ ਦੋਸਤਾਂ ਵੱਲੋਂ ਜਾਂ ਕਿਸੇ ਸਹਿਤ ਸਭਾ 'ਚ ਜਾਂਦੇ ਆ, ਕਿੱਦਾਂ ਦੀਆਂ ਫੀਲਿੰਗ ਆਉਂਦੀਆਂ, ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਨਹੀਂ, ਇਸ ਪੱਖੋਂ ਮੈਂ ਕਾਫੀ ਖੁਸ਼ਕਿਸਮਤ ਹਾਂ। ਮੈਨੂੰ ਜੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ, ਬਲਕਿ ਇਹ ਅੱਖਰ ਦੇ ਥਰੂ, ਇਸ ਸ਼ਬਦ ਦੇ ਥਰੂ ਮੇਰੇ ਨਾਲ ਬਹੁਤ ਪੁਰਾਣੀ 32 ਈਅਰ ਤੋਂ, ਜਿਨ੍ਹਾਂ ਨੇ ਮਤਲਬ 89 ਵਿੱਚ ਮੈਂ 10th ਕੀਤੀ ਸੀ, ਉਸ ਟਾਈਮ ਤੋਂ ਮੇਰੇ ਨਾਲ ਕਲਾਸਮੇਟ ਜਿਹੜੇ ਪੜ੍ਹੇ ਹੋਏ, ਉਹਨਾਂ ਦੇ ਸੰਪਰਕ ਵਿੱਚ ਮੈਂ ਆਈ ਹਾਂ। ਪਿੱਛੇ 7 ਮਾਰਚ ਨੂੰ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਮੈਨੂੰ ਉਚੇਚਾ ਤੌਰ ਤੇ ਉਹਨਾਂ ਨੇ ਬੁਲਾਇਆ ਹੈ, ਜਿਹਦੇ ਵਿੱਚ ਮੇਰੇ 4 ਕਲਾਸਮੇਟ ਹੀ ਰਹੇ, ਜਿਨ੍ਹਾਂ ਨੇ ਸਿਰਫ ਮੇਰੇ ਨਾਲ 9th ਤੇ 10th ਕੀਤੀ ਹੈ। ਤੇ ਕਾਫੀ ਮੈਨੂੰ ਚੰਗਾ ਲੱਗਦਾ ਹੈ ਕਿ ਮੈਂ ਦੁਬਾਰਾ ਤੋਂ ਆਪਣੇ ਉਸ ਮਾਸੂਮੀਅਤ ਵੱਲ ਨੂੰ, ਬਚਪਨ ਵੱਲ ਨੂੰ ਵਧੀ ਹਾਂ, ਦੁਬਾਰਾ ਤੋਂ ਉਸ ਨੂੰ ਹੰਢਾ ਰਹੀ ਹਾਂ। ਤੇ ਇਸੇ ਤਰ੍ਹਾਂ ਹੀ ਕਾਲਜ ਫਰੈਂਡ ਵੀ ਬਹੁਤ ਦੁਬਾਰਾ ਖੁੱਲ੍ਹ ਕੇ ਮੇਰੇ ਨਾਲ ਵਿਚਰ ਰਹੇ ਆ, ਮੇਰੇ ਲਿੰਕ ਵਿੱਚ ਆਏ ਆ, ਮੈਨੂੰ ਬਹੁਤ ਚੰਗਾ ਲੱਗਦਾ। ਅੱਛਾ ਸੁਰਜੀਤ ਜੀ, ਇੱਕ ਬੜਾ ਫਾਰਮਲ ਜਿਹਾ ਸਵਾਲ ਆ, ਲੇਖਕ ਦਾ ਤੇ ਸਮਾਜ ਦਾ ਜੀ ਆਪਸ ਵਿੱਚ ਕਿਸ ਤਰ੍ਹਾਂ ਦਾ ਰਿਸ਼ਤਾ ਹੋਣਾ ਚਾਹੀਦਾ? ਲੇਖਕ ਜਿਹੜੇ ਆ ਉਹ ਸਮਾਜ ਦਾ ਸ਼ੀਸ਼ਾ ਹੁੰਦੇ ਆ। ਤੇ ਬਸ ਇਸੇ ਤਰ੍ਹਾਂ ਹੀ ਲੇਖਕ ਨੂੰ ਜੋ ਵੀ ਆ, ਸਮਾਜ ਦੀ ਜੋ ਵੀ ਗਤੀਵਿਧੀ ਆ, ਜਿੰਨੀ ਵੀ ਉਹ ਆਪਣੇ ਤੌਰ ਤੇ ਉਸ ਨੂੰ ਅਹਿਸਾਸ ਨੂੰ ਕਵਰ ਅਪ ਕਰ ਸਕਦਾ ਆ, ਤੇ ਉਸੇ ਨੂੰ ਉਸ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ ਹੈ। ਤੇ ਬਹੁਤ ਵਧੀਆ ਇਹਨਾਂ ਦਾ ਆਪਸੀ ਸੰਬੰਧ ਹੈ। ਲੇਖਕ ਸਮਾਜ ਦਾ ਸ਼ੀਸ਼ਾ ਆ, ਤੇ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ, ਇਸੇ ਤਰ੍ਹਾਂ ਹੀ। ਅੱਛਾ, ਤੁਸੀਂ ਇੱਥੇ ਆ ਕੇ ਪੰਜਾਬ ਦੇ ਵਿੱਚ ਜੀ ਬਹੁਤ ਸਾਰੇ ਲੇਖਕ ਦੋਸਤਾਂ ਨੂੰ ਮਿਲੇ ਆ, ਪ੍ਰੋਗਰਾਮਾਂ 'ਚ ਵੀ ਗਏ ਹੋਵੋਗੇ, ਬਾਕੀ ਬਚਦੇ ਦਿਨ ਹੋਰ ਕਿਤੇ ਹੋਰ ਵੀ ਤੁਹਾਡੇ ਕੋਲ, ਜਿਸ ਤਰ੍ਹਾਂ ਤੁਸੀਂ ਅੰਬਰਾਂ ਦੇ ਸਰਨਾਵੇ ਜਾ ਕੇ ਹੋਰ ਵੀ ਸਹਿਤ ਸਭਾਵਾਂ ਵਿੱਚ ਜਾਓਗੇ, ਉੱਥੇ ਮਤਲਬ ਕੋਈ ਇਹੋ ਜਿਹਾ ਨਹੀਂ ਹੁੰਦਾ ਬੈਲਜੀਅਮ ਵਰਗੇ ਦੇਸ਼ 'ਚ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ? ਨਹੀਂ, ਜ਼ੂਮ ਦੇ ਥਰੂ ਤੇ ਮੈਂ ਕਾਫੀ ਮਤਲਬ ਮੀਟਿੰਗਸ ਕਰ ਚੁੱਕੀ ਹਾਂ ਸਾਹਿਤ ਸਭਾਵਾਂ ਦੇ ਨਾਲ। ਹੁਣ ਵੀ ਕੋਟਕਪੂਰਾ ਸਾਹਿਤ ਸਭਾ ਤੋਂ ਵੀ ਮੈਨੂੰ ਸੱਦਾ ਪੱਤਰ ਆ ਰਿਹਾ ਹੈ, ਆਪਣੇ ਲੁਧਿਆਣਾ ਗੁਜਰਾਂਵਾਲਾ ਕਾਲਜ ਤੋਂ ਵੀ, ਪਰ ਮਸਰੂਫੀਅਤ ਹੈ ਤੇ ਟਾਈਮ ਘੱਟ ਹੈ ਮੇਰੇ ਕੋਲ। ਪਿਛਲੇ ਹਫਤੇ ਮੈਂ ਭਾਸ਼ਾ ਵਿਭਾਗ ਅੰਮ੍ਰਿਤਸਰ ਵੱਲੋਂ ਉਸ ਵਿੱਚ ਜ਼ਰੂਰ ਸ਼ਿਰਕਤ ਕੀਤੀ ਹੈ, ਤੇ ਬਸ ਜਿੰਨਾ ਕੁ ਹੋ ਸਕਦਾ ਹੈ ਆਪਣਾ ਯੋਗਦਾਨ ਪਾ ਰਹੀ ਹਾਂ। ਸਾਡੇ ਦਰਸ਼ਕ ਵੇਖਣ ਵਾਲੇ ਸੁਣਨ ਵਾਲੇ ਤੁਹਾਡੀ ਇੱਕ ਗਜ਼ਲ ਨਾਲ ਆਪਾਂ ਸਾਂਝ ਪਾਈਏ ਤੇ ਬਾਕੀ ਗੱਲ ਫਿਰ ਕਰਦੇ ਹਾਂ। ਇੱਕ ਗਜ਼ਲ ਆਪਣੀ ਸੁਣਾਓ ਤੁਸੀਂ। ਮੇਰੀ ਇੱਕ ਕਿਤਾਬ ਤੇ 16 ਨੰਬਰ ਗਜ਼ਲ ਹੈ, ਮੈਂ ਇਸ ਨੂੰ ਆਪ ਸਭ ਦੇ ਰੂਬਰੂ ਕਰਨਾ ਚਾਹਾਂਗੀ। ਕਲੀ ਦੀ ਮਹਿਕ ਨੂੰ ਕਿਰਦਾਰ ਦੇ ਵਿੱਚ ਭਰ ਕੇ ਆਵਾਂਗੀ, ਮੈਂ ਇਸ ਖਾਰਾਂ ਜਹੀ ਦੁਨੀਆ ਦੇ ਹਮਲੇ ਜਰ ਕੇ ਆਵਾਂਗੀ। ਹਯਾਤੀ ਨੇ ਜੋ ਦਿੱਤੇ ਨੇ, ਗਮਾਂ ਦਾ ਬੋਝ ਹੈ ਮਨ ਤੇ, ਇਹਨਾਂ ਦਾ ਤੋੜ ਜਦ ਲੱਭੂ ਤਾਂ ਕਾਸਾ ਕਰਕੇ ਆਵਾਂਗੀ। ਮੈਂ ਸੱਚੀ ਕਹਿ ਦਿਆਂ ਮੂੰਹ ਤੇ ਕਿ ਇਹਨਾਂ ਅਣਖ ਰੱਖਦੀ ਹਾਂ, ਮੈਂ ਨਾ ਮਨਜ਼ੂਰ ਹੋ ਕੇ ਨਾ ਤੇ ਨਾ ਹੀ ਡਰ ਕੇ ਆਵਾਂਗੀ। ਬਹੁਤ ਖੂਬ। ਮੇਰੇ ਤੋਂ ਪਾਰ ਨਾ ਹੋਇਆ ਜੇ ਇਹ ਸਾਗਰ ਮੁਹੱਬਤ ਦਾ, ਤੂੰ ਰੱਖੀ ਹੌਸਲਾ ਇੱਕ ਦਿਨ ਤੇਰੇ ਤੱਕ ਖਰ ਕੇ ਆਵਾਂਗੀ। ਮੈਂ ਪਹਿਲਾਂ ਵਾਂਗ ਹੀ ਚਾਹਾਂ ਮਾਂ ਤੇਰੀ ਗੋਦ ਵਿੱਚ ਸੋਣਾ, ਪਹਿਲਾਂ ਵਾਂਗ ਹੀ ਚਾਹਾਂ ਮਾਂ ਤੇਰੀ ਗੋਦ ਵਿੱਚ ਸੋਣਾ, ਤੂੰ ਬਾਹਾਂ ਖੋਲ ਕੇ ਰੱਖੀ ਮੈਂ ਜਿੱਦਣ ਠਰ ਕੇ ਆਵਾਂਗੀ। ਬੜਾ ਖਾਮੋਸ਼ ਰਹਿੰਦਾ ਹੈ ਤੇ ਨੀਵੀਂ ਪਾ ਕੇ ਤੁਰਦਾ ਹੈ, ਬੜਾ ਖਾਮੋਸ਼ ਰਹਿੰਦਾ ਹੈ ਤੇ ਨੀਵੀਂ ਪਾ ਕੇ ਤੁਰਦਾ ਹੈ, ਬੜਾ ਖਾਮੋਸ਼ ਰਹਿੰਦਾ ਹੈ ਤੇ ਨੀਵੀਂ ਪਾ ਕੇ ਤੁਰਦਾ ਹੈ, ਇਸ਼ਾਰਾ ਜੀ ਦਿਓ ਦੇਵੇ ਮੈਂ ਪੀੜਾਂ ਹਰ ਕੇ ਆਵਾਂਗੀ। ਕਲੀ ਦੀ ਮਹਿਕ ਨੂੰ ਕਿਰਦਾਰ ਦੇ ਵਿੱਚ ਭਰ ਕੇ ਆਵਾਂਗੀ, ਮੈਂ ਇਸ ਖਾਰਾਂ ਜਹੀ ਦੁਨੀਆ ਦੇ ਹਮਲੇ ਜਰ ਕੇ ਆਵਾਂਗੀ। ਅੱਛਾ ਜੀਤ ਜੀ, ਇੱਕ ਨਾ ਗਜ਼ਲ ਦੇ ਵਿੱਚ ਮਤਲਬ ਬੜੇ ਗਜ਼ਲ ਸਕੂਲ ਖੁੱਲੇ ਹੋਏ ਆ, ਚੇਲੇ ਉਸਤਾਦ ਦੀ ਬੜੀ ਰਵਾਇਤ ਆ ਗਜ਼ਲ ਦੇ ਵਿੱਚ। ਜੀ ਜੀ, ਤੁਸੀਂ ਵੀ ਕੋਈ ਆਪਣਾ ਉਸਤਾਦ ਧਾਰਿਆ ਗਜ਼ਲ ਲਿਖਣ ਦੇ ਵਿੱਚ? ਹਾਂਜੀ, ਮੈਂ ਪ੍ਰੋਪਰ ਟ੍ਰੇਨਿੰਗ ਜਿਹੜੀ ਆ ਉਹ ਆਪਣੇ ਕਾਫੀ ਉਸਤਾਦ ਸ਼ਾਇਰ ਹੈ ਰਾਜਵੰਤ ਰਾਜ ਜੀ ਉਹਨਾਂ ਨੂੰ, ਕੈਨੇਡਾ ਵਾਸੀ ਹੈਗੇ, ਉਹਨਾਂ ਨੂੰ ਕੰਟੈਕਟ ਕੀਤਾ ਸੀ, ਪਰ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਸਾਡੀ ਟਾਈਮਿੰਗ ਦੀ, ਤੇ ਫਿਰ ਉਹ ਭਾਜੀ ਨੇ ਮਤਲਬ ਉਹਨਾਂ ਕੋਲੋਂ ਸਿੱਖ ਰਹੇ ਸੀ ਸਕਾਟਲੈਂਡ ਤੋਂ ਅਮਨਦੀਪ ਸਿੰਘ ਜੀ ਹੋਰੀ, ਤੇ ਉਹਨਾਂ ਨੇ ਫਿਰ ਉਹਨਾਂ ਬਾਰੇ ਮੈਨੂੰ ਦੱਸ ਪਈ ਕਿ ਕਾਫੀ ਅੱਛੀ ਗਜ਼ਲ ਕਹਿ ਰਹੇ ਆ, ਤੇ ਮੈਂ ਉਹਨਾਂ ਕੋਲੋਂ ਅਮਨਦੀਪ ਸਿੰਘ ਜੀ ਹੋਰੀ ਸਕਾਟਲੈਂਡ ਦੇ ਵਾਸੀ ਆ, ਉਹਨਾਂ ਕੋਲੋਂ ਮੈਂ ਰਾਗਮਈ ਲੈਂਦੀ ਰਹਿੰਦੀ ਹਾਂ ਸਮੇਂ ਸਮੇਂ ਤੇ।
ਅੱਛਾ, ਇਹ ਨਾ ਆਪਾਂ ਗੱਲ ਕਰਦੇ ਆ ਦੇਸ਼ ਦੀ ਵਿਦੇਸ਼ ਦੀ। ਜਿਸ ਤਰ੍ਹਾਂ ਕਿ ਪੰਜਾਬੀ ਦਾ ਘਰਾਂ ਦੇ ਮਾਹੌਲ ਇੱਥੇ ਹੁੰਦੇ ਆ, ਜੀ ਤੁਸੀਂ ਬੈਲਜੀਅਮ ਲੰਬੇ ਸਮੇਂ ਤੋਂ ਰਹਿ ਰਹੇ, ਯੂਰਪ ਦੇ ਵਿੱਚ ਰਹਿ ਰਹੇ ਆ, ਪੱਛਮੀ ਕਲਚਰ ਦੇ ਵਿੱਚ ਰਹਿ ਰਹੇ ਆ ਜੀ। ਉੱਥੋਂ ਦੇ ਜਿਹੜੇ ਬੱਚੇ ਨੇ ਜੰਪਲ ਉੱਥੇ ਦੇ ਬੱਚੇ ਆ, ਜਿਵੇਂ ਤੁਸੀਂ ਦੱਸਿਆ ਵਿਆਹ ਕਰਾ ਕੇ ਉੱਥੇ ਚਲ ਗਏ ਤੇ ਬੱਚੇ ਵੀ ਨੈਚੁਰਲੀ ਉੱਥੇ ਪੈਦਾ ਹੋਏ ਹੋਣਗੇ, ਤੇ ਉੱਥੋਂ ਦੇ ਜਿਹੜਾ ਮਾਹੌਲ ਆ ਉਹਦੇ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਲੈਂਦੇ ਤੁਸੀਂ ਉਹਨਾਂ ਦੇ ਪਾਲਣ ਪੋਸ਼ਣ ਨੂੰ? ਕਾਫੀ ਇਹਦੇ ਵਾਸਤੇ ਸਾਨੂੰ ਸਟਰਗਲ ਵੀ ਕਰਨਾ ਪੈਂਦਾ ਆ। ਇਹ ਸਾਡੇ ਲਈ ਚੁਣੌਤੀ ਭਰਿਆ ਵਿਸ਼ਾ ਹੁੰਦਾ ਆ, ਕਿਉਂਕਿ ਅਸੀਂ ਇਧਰਲੇ ਮਾਹੌਲ ਵਿੱਚ ਜੰਮੇ ਪਲੇ ਹੁੰਦੇ ਆ ਤੇ ਉਹਦੇ ਅਕੋਰਡਿੰਗ ਹੀ ਸਾਡੀਆਂ ਫੀਲਿੰਗਸ ਚੱਲ ਰਹੀਆਂ ਹੁੰਦੀਆਂ। ਤੇ ਪਰ ਜਦੋਂ ਅਸੀਂ ਸਾਡੀ ਰੋਜੀ ਰੋਟੀ ਉਧਰ ਹੈ ਤੇ ਬੱਚੇ ਉਧਰ ਦੇ ਮਾਹੌਲ ਦੇ ਅਕੋਰਡਿੰਗ ਵਿਚਰਦੇ ਆ, ਕਰਦੇ ਵੀ ਆ, ਤੇ ਸਾਨੂੰ ਆਪਣੇ ਸਾਹਿਤ ਨਾਲ ਜਾਂ ਆਪਣੇ ਪੰਜਾਬੀ ਭਾਈਚਾਰੇ ਨਾਲ, ਬੋਲੀ ਨਾਲ ਜੋੜ ਕੇ ਰੱਖਣ 'ਚ ਪ੍ਰੋਬਲਮ ਤੇ ਆਂਦੀ ਹੈ। ਪਰ ਅਸੀਂ ਆਪਣੇ ਵੱਲੋਂ ਅਗਰ ਬੈਸਟ ਕਰ ਦਿੰਦੇ ਆ ਤੇ ਉਹ ਸਮੂਥਲੀ ਚੱਲ ਜਾਂਦਾ ਹੈ। ਬੱਚੇ ਸ਼ਾਰਪ ਹੈ, ਉਧਰਲਾ ਵੀ ਕਵਰ ਕਰ ਲੈਂਦੇ ਆ ਤੇ ਸਾਡਾ ਵੀ ਫੋਲੋ ਕਰਦੇ ਆ। ਅੱਛਾ ਜੀ, ਤੁਸੀਂ ਗਜ਼ਲ ਦੇ ਵਿੱਚ ਕੁਝ ਲੋਕਾਂ ਦੇ ਨਾਮ ਲੈਣਾ ਚਾਹੋਗੇ ਜਿਨ੍ਹਾਂ ਦਾ ਇਸ ਤੁਸੀਂ ਗਜ਼ਲ ਵਿਧਾ ਚੁਣੀ, ਮਤਲਬ ਜਿਨ੍ਹਾਂ ਦਾ ਤੁਸੀਂ ਪ੍ਰਭਾਵ ਕਬੂਲਿਆ ਹੋਵੇ ਜਾਂ ਜਿਨ੍ਹਾਂ ਨੂੰ ਪੜ੍ਹਨਾ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ? ਹਾਂਜੀ, ਮੈਂ ਸਭ ਤੋਂ ਪਹਿਲਾਂ ਭਾਜੀ ਰਾਜਵੰਤ ਰਾਜ ਹੋਰਾਂ ਬਾਰੇ ਗੱਲ ਕੀਤੀ। ਜਿਵੇਂ ਉਹਨਾਂ ਦੀ ਸ਼ਾਇਰੀ ਮੈਨੂੰ ਬਹੁਤ ਪਸੰਦ ਹੈਗੀ ਹੈ ਤੇ ਆਪਣੇ ਇੱਥੋਂ ਪੰਜਾਬ ਤੋਂ ਹਰਦਿਆਲ ਸਾਗਰ ਜੀ ਹੈਗੇ ਆ। ਹਾਂਜੀ ਹਾਂਜੀ, ਕਪੂਰਥਲਾ ਵੱਲ ਦੇ ਹਨਾ? ਜੀ ਜੀ ਜੀ, ਉਹਨਾਂ ਦੇ ਅਮਨਦੀਪ ਸਿੰਘ ਜੀ ਹੁਣੀ ਸਕਾਟਲੈਂਡ ਤੋਂ, ਤੇ ਇਧਰੋਂ ਮੈਡਮ ਸੁਖਵਿੰਦਰ ਅੰਮ੍ਰਿਤ। ਹਾਂਜੀ, ਇੱਕ ਹੈਗੀ ਅਜੇ ਤਨਵੀਰ, ਅਮਰੀਕਾ 'ਚ। ਹਾਂਜੀ, ਉਹਨਾਂ ਦੀ ਸ਼ਾਇਰੀ ਵੀ ਕਾਫੀ ਪ੍ਰਭਾਵਿਤ ਕਰਦੀ ਹੈ ਮਨ ਨੂੰ। ਤੇ ਦਵਿੰਦਰ ਗੌਤਮ ਹੋਰੀ ਆ। ਹਾਂਜੀ, ਕਾਫੀ ਅੱਛੇ ਸ਼ਾਇਰ, ਮਤਲਬ ਚੰਗੇ ਲੱਗਦੇ ਆ, ਜਿਨ੍ਹਾਂ ਨੂੰ ਪੜ੍ਹਨਾ ਚੰਗਾ ਲੱਗਦਾ ਹੈ। ਅੱਜ ਜਿਨ੍ਹਾਂ ਲੇਖਕਾਂ ਦੇ ਤੁਸੀਂ ਨਾਂ ਲਏ ਨੇ ਹਨਾ, ਔਰ ਤੁਹਾਡਾ ਸਾਹਿਤ ਦੇ ਨਾਲ ਬੜਾ ਗਹਿਰਾ ਸੰਬੰਧ ਆ, ਕਿਤਾਬਾਂ ਪੜ੍ਹਦੇ ਆ, ਲਿਖਦੇ ਆ, ਇੱਕ ਕਿਤਾਬ ਵੀ ਹੋਂਦ ਵਿੱਚ ਆਈ ਆ। ਤੁਸੀਂ ਆਪਣੇ ਜੀਤ ਸੁਰਜੀਤ, ਮਤਲਬ ਜਿਹੜਾ ਸਾਹਿਤਕ ਹਲਕੇ ਨੇ, ਲੇਖਕ ਨੇ, ਠੀਕ ਹੈ ਨਾ, ਆਪਣੇ ਆਪ ਨੂੰ ਕਿੱਥੇ ਰੱਖ ਕੇ ਵੇਖਦੇ? ਉਹਨਾਂ ਦੇ ਕੰਪੈਰੀਟਿਵਲੀ ਅਜੇ ਮੈਂ ਕੁਝ ਵੀ ਨਹੀਂ ਆ। ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਜਦੋਂ ਵੀ ਮੈਨੂੰ ਮਤਲਬ ਕੋਈ ਇਸ ਤਰ੍ਹਾਂ ਕੋਈ ਪ੍ਰਸ਼ੰਸਾ ਮਿਲਦੀ ਹੈ ਕਿ ਅੱਛਾ ਕਰ ਰਹੀ ਹੈ ਤਾਂ ਚੰਗਾ ਲੱਗਦਾ ਹੈ। ਨੋਰਮਲੀ ਮੈਂ ਉਹਨਾਂ ਦੇ ਕੰਪੈਰੀਟਿਵਲੀ ਅਜੇ ਆਪਣੇ ਆਪ ਨੂੰ ਜਿਵੇਂ ਆਟੇ 'ਚ ਲੂਣ ਵਾਲਾ ਹਿਸਾਬ ਮੰਨਦੀ ਹਾਂ। ਆਪਣੇ ਤੌਰ ਤੇ ਸਾਹਿਤ ਵਿੱਚ ਜਿੰਨਾ ਕੁ ਯੋਗਦਾਨ ਹੋ ਸਕਿਆ ਪਾ ਰਹੀ ਹਾਂ ਤੇ ਪਾਉਂਦੀ ਰਹਾਂਗੀ। ਅੱਛਾ, ਦੇਖੋ ਜਿਸ ਤਰ੍ਹਾਂ ਇੱਧਰ ਤੁਹਾਨੂੰ ਲੇਖਕਾਂ ਦਾ ਮਾਹੌਲ ਮਿਲਦਾ, ਦੋਸਤਾਂ ਨੂੰ ਮਿਲਦੇ ਆ ਜੀ, ਤੇ ਤੁਹਾਡਾ ਵਾਪਸ ਜਾਣ ਨੂੰ ਦਿਲ ਕਰਦਾ ਕਿ ਮੈਂ ਜਾਵਾਂ ਉੱਥੇ? ਨਹੀਂ, ਇਹ ਗੱਲ ਪੱਕੀ ਹੈ। ਇਸ ਤਰ੍ਹਾਂ ਜਦੋਂ ਇੱਧਰ ਦਾ ਮਾਹੌਲ ਲੱਗਦਾ ਨਾ ਦਿਲ ਨਹੀਂ ਕਰਦਾ ਜਾਣ ਨੂੰ, ਪਰ ਜਦੋਂ ਉੱਧਰ ਇਹ ਸੋਚਦੇ ਆ ਕਿ ਸਾਡੇ ਘਰ ਪਰਿਵਾਰ ਉੱਥੇ ਆ ਜਾਂ ਰੋਜੀ ਰੋਟੀ ਉੱਥੇ ਚੱਲ ਰਹੀ ਹੈ ਤਾਂ ਦਿਲ ਕਰਦਾ। ਵੈਸੇ ਤਾਂ ਉੱਥੇ ਰਹਿੰਦਿਆਂ ਵੀ ਅਸੀਂ ਇੱਧਰਲੀ ਮਿੱਟੀ ਨੂੰ ਹੀ ਤੜਪਦੇ ਰਹਿੰਦੇ ਆ। ਮੇਰੀਆਂ ਬਹੁਤ ਸਾਰੀਆਂ ਗਜ਼ਲਾਂ ਵਿੱਚ ਤੁਹਾਨੂੰ ਇਹ ਨਜ਼ਰ ਆਏਗਾ ਕਿ ਮੈਂ ਕਿੰਨਾ ਇਸ ਚੀਜ਼ ਨੂੰ, ਇਸ ਪੰਜਾਬ ਨੂੰ, ਇਸ ਦੇਸ਼ ਨੂੰ ਮਿਸ ਕਰਦੀ ਹਾਂ। ਹਾਂਜੀ। ਅੱਛਾ ਸੁਰਜੀਤ ਜੀ, ਇੱਕ ਗੱਲ ਹੋਰ ਆ, ਜਿੱਦਾਂ ਬਹੁਤ ਸਾਰੀਆਂ ਫੈਮਲੀਆਂ ਉੱਥੇ ਰਹਿੰਦੀਆਂ ਵਾ, ਹੈਨਾ, ਤੇ ਇੱਥੇ ਭਾਰਤ ਵਿੱਚ ਜਿੱਦਾਂ ਟੋਟਲ ਵਰਲਡ ਦੇ ਵਿੱਚ ਹੀ ਇਹ ਗੱਲ ਹੈਗੀ ਆ, ਮਰਦ ਪ੍ਰਧਾਨ ਸਮਾਜ ਜੀ, ਠੀਕ ਹੈ ਨਾ, ਉਹ ਭਾਵੇਂ ਯੂਰਪੀਅਨ ਕੰਟਰੀ ਆ, ਏਸ਼ੀਅਨ ਕੰਟਰੀ ਆ, ਭਾਰਤ ਆ, ਪਾਕਿਸਤਾਨ ਆ, ਇੱਥੇ ਗੱਲ ਹੈਗੀ ਆ ਕਿ ਔਰਤ ਨੂੰ ਰੋਬ ਥੱਲੇ ਐਵੇਂ ਰੱਖਦੇ, ਬਿਨਾਂ ਗੱਲ ਤੋਂ ਹੀ ਰੋਬ ਪਾਈ ਰੱਖਦੇ ਆ। ਹੁਣ ਤੁਸੀਂ ਉੱਥੇ ਰਹਿੰਦੇ ਆ ਬੈਲਜੀਅਮ, ਤੇ ਉੱਥੇ ਵੀ ਜਿੱਦਾਂ ਫੈਮਲੀਜ਼ ਰਹਿੰਦੀਆਂ ਨੇ, ਮੀਆਂ ਬੀਵੀ ਕੰਮ ਕਰਦੇ ਪੀਵੇ, ਉਹ ਉਹਨਾਂ ਨੂੰ ਕਿੱਦਾਂ ਦਾ ਸਤਿਕਾਰ ਦਿੰਦੇ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਕੋਰਡਿੰਗਲੀ ਬੈਲਜੀਅਮ, ਯੂਰਪ ਤੇ ਭਾਰਤ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਮਰਦ ਪ੍ਰਧਾਨ ਹੀ ਸਮਾਜ ਹੈ ਜਾਂ ਜੋ ਵੀ ਹੈ। ਇਹ ਇੱਕ ਧਾਰਨਾ ਬਣੀ ਹੋਈ ਹੈ ਮੈਨੂੰ ਲੱਗਦਾ ਹੈ, ਕਿਉਂਕਿ ਆਪਾਂ ਜੋ ਵੀ ਆ ਮਰਦ ਔਰਤ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਪੂਰਕ ਹੈਗੇ ਆ। ਅਸੀਂ ਔਰਤ ਦੇ ਜੀਵਨ ਵਿੱਚ ਵੀ ਮਰਦ ਪਿਤਾ ਵੀ ਆ, ਭਰਾ ਵੀ ਆ, ਹਮਸਫਰ ਹੈ, ਹੋਰ ਵੀ ਆਪਣੇ ਸਰਕਲ ਵਿੱਚ ਇਸੇ ਤਰ੍ਹਾਂ ਹੀ ਮਰਦ ਦੇ ਜੀਵਨ ਵਿੱਚ ਵੀ ਹੈਗੇ ਆ। ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਮਰਦ ਪ੍ਰਧਾਨ ਸਮਾਜ ਹੈ। ਰਹੀ ਯੂਰਪ ਦੀ ਗੱਲ, ਉਹਦੇ ਵਿੱਚ ਹੀ ਅਸੀਂ ਇੱਕ ਦੂਜੇ ਨਾਲ ਕੋਆਪਰੇਟ ਜ਼ਰੂਰ ਕਰਦੇ ਹਾਂ, ਪਰ ਜੇ ਕਹੀਏ ਤਾਂ ਮੇਰੇ ਹਸਬੈਂਡ ਉਹਨਾਂ ਨੇ ਕਦੇ ਰੋਕਿਆ ਵੀ ਕਿਸੇ ਗੱਲ ਤੋਂ ਨਹੀਂ, ਪਰ
ਕੁਛ ਨਾ ਕੁਛ ਇਹ ਸਾਡੇ ਵਿੱਚ ਔਰਤਾਂ ਵਿੱਚ ਧਾਰਨਾ ਹੁੰਦੀ ਹੈ ਕਿ ਅਸੀਂ ਰਿਸਪੈਕਟ ਖੁਦ ਦੇਣੀ ਆ ਆਪਣੇ ਹਸਬੈਂਡ ਨੂੰ ਜਾਂ ਆਪਣੇ ਬੱਚਿਆਂ ਦੀ ਕੇਅਰ ਕਰਨੀ ਆ। ਉਹਦੇ ਵਿੱਚ ਮੈਂ ਇਹ ਨਹੀਂ ਕਹਾਂਗੀ ਕਿ ਮਰਦ ਪ੍ਰਧਾਨ ਸਮਾਜ ਕਰਕੇ ਮੈਂ ਇਹ ਕਰ ਰਹੀ ਹਾਂ, ਤੇ ਉਹ ਮੈਨੂੰ ਚੰਗਾ ਲੱਗਦਾ ਹੈ। ਨਹੀਂ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿ ਬੱਚਿਆਂ ਵੱਲੋਂ ਮੈਨੂੰ ਬੜਾ ਸਹਿਯੋਗ ਆ, ਜੀ। ਤੇ ਉਹਨਾਂ ਦੀ ਵੀ ਕੋਈ ਰੁਝਾਨ ਹੈਗਾ ਵੀ ਕੁਝ ਲਿਖਦਾ ਹੋਵੇ ਜੀ। ਬੱਚਾ ਕੋਈ? ਜਿਵੇਂ ਕਹਿੰਦੇ ਆ ਕਿ ਜਿੱਥੇ ਆਪਾਂ ਰਹਿੰਦੇ ਹੋ ਜੇ ਹੋ ਜਾਂਦੇ ਆ। ਮੇਰੀ ਬੇਟੀ ਸੈਕੰਡ ਕਲਾਸ ਵਿੱਚ ਸੀ, ਉਹਨੇ ਉਦੋਂ ਉਧਰਲੀ ਲੈਂਗੁਏਜ ਵਿੱਚ ਹੀ ਸਾਡੀ ਫਿਲਮਿਸ਼ ਚੱਲਦੀ ਹੈ, ਉਧਰਲੀ ਲੈਂਗੁਏਜ ਵਿੱਚ ਹੀ ਉਹਨੇ ਪੋਇਮ ਲਿਖੀ ਸੀ। ਤੇ ਜਿਹੜੀ 6th ਕਲਾਸ ਵਿੱਚ ਮਤਲਬ ਉਹਨਾਂ ਦੀ ਕੰਪੀਟੀਸ਼ਨ ਹੋਣੀ ਸੀ, ਉਹਨਾਂ ਵਿੱਚੋਂ ਫਸਟ ਆਈ ਸੀ। ਬਹੁਤ, ਫਿਰ ਤਾਂ ਮੈਂ ਮੁਬਾਰਕਬਾਦ ਦਿੰਦਾ ਤੁਹਾਨੂੰ। ਤੇ ਉਹ ਪ੍ਰਾਈਜ਼ ਵੀ ਪ੍ਰੋਪਰ ਲੈ ਕੇ ਆਈ ਸੀ ਕਿ ਉਹਨੂੰ ਉਸ ਟਾਈਮ ਵਾਲੇ ਸੈਕੰਡ ਕਲਾਸ ਸੀ ਤੇ ਉਹਨੂੰ 20 ਯੂਰੋ ਪ੍ਰਾਈਜ਼ ਮਿਲਿਆ ਸੀ। ਉਹਨੂੰ ਬੋਨ ਕੇ ਤੁਸੀਂ ਇਹ ਕੁਝ ਲੈ ਸਕਦੇ ਹੋ। ਹਾਂਜੀ, ਤੇ ਚੰਗਾ ਲੱਗਦਾ ਜਦੋਂ ਬੱਚੇ ਵੀ ਤਰੱਕੀ ਕਰਦੇ ਆ। ਨਹੀਂ, ਉਹ ਹੁਣ ਮਤਲਬ ਉਸ ਉੱਥੋਂ ਦੀ ਭਾਸ਼ਾ ਵਿੱਚ ਹੀ ਕਵਿਤਾ ਲਿਖਦੀ ਕਿ ਪੰਜਾਬੀ? ਹਾਂਜੀ, ਪੰਜਾਬੀ ਪੜ੍ਹਨ ਦਾ ਰੁਝਾਨ ਵੀ ਹੈ ਉਹਨਾਂ ਨੂੰ? ਪੰਜਾਬੀ ਪੜ੍ਹਨ ਦਾ ਉਹਨਾਂ ਨੂੰ ਰੁਝਾਨ ਹੈ, ਸਮਝਦੇ ਜ਼ਿਆਦਾ ਹੈ, ਪੜ੍ਹ ਘੱਟ ਸਕਦੇ, ਥੋੜਾ ਫਰਕ ਪੈਂਦਾ ਹੈ ਸਾਨੂੰ। ਇਹ ਹੈ ਹੌਲੀ ਹੌਲੀ ਵੱਧ ਰਹੇ ਆ। ਹੁਣ ਇਸ ਵਾਰੀ ਬੇਟੀ ਨੇ ਮੇਰੇ ਕੋਲੋਂ ਪੰਜਾਬੀ ਬੁੱਕਸ ਵੀ ਮੰਗਾਈਆਂ ਜਿਹੜੀਆਂ ਛੋਟੀ ਕਲਾਸਿਸ ਤੋਂ ਆਪਾਂ ਪ੍ਰੋਪਰ ਗਾਈਡੈਂਸ ਦੇ ਸਕਦੇ ਹਾਂ। ਵੈਸੇ ਸਕੂਲ ਵੀ ਜੁਆਇਨ ਕੀਤਾ ਹੋਇਆ, ਪੰਜਾਬੀ ਕਲਾਸਿਸ ਲੱਗਦੀਆਂ। ਉੱਥੇ ਬੈਲਜੀਅਮ 'ਚ ਸਕੂਲ ਹੈ ਪੰਜਾਬੀ? ਹਾਂਜੀ, ਕਰਵਾਉਂਦੇ ਪਏ ਆ, ਪੰਜਾਬੀ ਕਲਾਸਿਸ ਲੱਗਦੀਆਂ। ਜਿਹੜੀ ਸੁਸਾਇਟੀ ਦਾ ਮੈਨੂੰ ਹੁਣੇ ਦੱਸਿਆ ਨਾ ਕਿ ਸੇਵਾ ਸੁਸਾਇਟੀ ਕਲਚਰ ਬਣੀ ਹੈ, ਤੇ ਉਹ ਪੰਜਾਬੀ ਦੀਆਂ ਕਲਾਸਿਸ ਲਗਾਉਂਦੇ ਆ। ਤੇ ਕਾਫੀ ਅੱਛਾ ਕੰਮ ਕਰ ਰਹੇ ਆ। ਉਹਨਾਂ ਦੇ ਹੈਗੇ ਆ ਯੂਰਪ ਸਮਾਚਾਰ, ਸਾਡੇ ਬੈਲਜੀਅਮ 'ਚ ਨਿਕਲਦਾ ਹੈ ਪੱਤਰ ਵੀ, ਤੇ ਵਧੀਆ ਕੰਮ ਕਰਦੀ ਪਈ ਸੰਸਥਾ। ਤੇ ਅਮਰਜੀਤ ਸਿੰਘ ਭੋਗਲ ਹੋਰੀ ਨੇ। ਹਾਂ, ਅਮਰਜੀਤ ਸਿੰਘ ਭੋਗਲ ਹੋਣੀ ਮੇਰੇ ਵੀ ਉਹ ਜਾਣਕਾਰ ਨੇ। ਅਜੀਤ ਦੇ ਵੀ ਉਹ ਸਟਿੰਗਰ ਨੇ, ਪੱਤਰਕਾਰ ਨੇ। ਉਹ ਕਾਫੀ ਅੱਛਾ ਕੰਮ ਕਰਦੇ ਪਏ। ਹਾਂਜੀ, ਤੇ ਉੱਥੋਂ ਦੇ ਜਿਹੜੇ ਪੰਜਾਬੀ ਨੇ ਇਸ ਵੇਲੇ ਬੈਲਜੀਅਮ ਦੇ ਵਿੱਚ, ਜੀ, ਉੱਥੋਂ ਦੇ ਗੁਰੂ ਘਰ ਵੀ ਉੱਥੇ ਹੈ ਨੇ, ਮੰਦਿਰ ਵੀ ਹੈ ਨੇ। ਜੀ ਜੀ ਜੀ। ਉੱਥੋਂ ਦੇ ਜਿਹੜੇ ਪੰਜਾਬੀ ਭਾਈਚਾਰਕ ਸਾਂਝ ਉਹ ਕਿਸ ਤਰ੍ਹਾਂ ਦੀ ਹੈ? ਬਹੁਤ ਵਧੀਆ ਪੰਜਾਬੀ ਭਾਈਚਾਰਕ ਸਾਂਝ ਹੈਗੀ ਆਪਣੀ, ਤੇ ਇੱਕ ਦੂਜੇ ਨੂੰ ਕੋਆਪਰੇਟਿਵ ਵੀ ਕਰਦੇ ਆ, ਤੇ ਚੰਗਾ ਠੀਕ ਹੈ। ਉੱਥੋਂ ਦੇ ਰੁਝੇਵੇਂ ਹੈਗੇ, ਉਹ ਦੇਖਣੇ ਪੈਂਦੇ, ਆਪਾਂ ਨੂੰ ਰੱਖਣੇ ਪੈਂਦੇ ਆ, ਕਿਉਂਕਿ ਹਮੇਸ਼ਾ ਟਾਈਮ ਸੈੱਟ ਨਹੀਂ ਆਉਂਦਾ ਇੱਕ ਦੂਜੇ ਨਾਲ। ਪਰ ਪੰਜਾਬੀ ਸਾਂਝ ਬਹੁਤ ਵਧੀਆ ਹੈ। ਸਰਜੀਤ ਜੀ, ਇੱਕ ਗੱਲ ਹੋਰ ਆ ਕਿ ਹਰ ਬੰਦਾ ਉਹ ਕਿਸੇ ਵੀ ਧਰਤੀ ਤੇ ਰਹੇ, ਦੇਸ਼ ਰਹੇ, ਵਿਦੇਸ਼ ਰਹੇ, ਤੇ ਹਮੇਸ਼ਾ ਉਹਦੀਆਂ ਅੱਖਾਂ ਦੇ ਵਿੱਚ ਇੱਕ ਸੁਪਨਾ ਹੁੰਦਾ ਵੀ ਮੈਂ ਆ ਬਣਾ। ਕੋਈ ਇਹੋ ਜਿਹਾ ਸੁਪਨਾ ਜਿਹੜਾ ਤੁਹਾਡਾ ਹਜੇ ਤੁਸੀਂ ਸੋਚਦੇ ਹੋਵੋਗੇ ਤੇ ਪਰ ਪੂਰਾ ਨਹੀਂ ਹੋ ਰਿਹਾ ਕਿਸੇ ਤਰ੍ਹਾਂ? ਨਹੀਂ, ਮੇਰੇ ਨੋਟਿਸ ਵਿੱਚ ਅਜਿਹਾ ਕੋਈ ਵੀ ਸੁਪਨਾ ਨਹੀਂ। ਮੈਨੂੰ ਇੱਕ ਵਾਰੀ ਇੰਝ ਲੱਗਦਾ ਹੁੰਦਾ ਕਿ ਮੈਂ ਇਹ ਸੋਚਿਆ ਹੀ ਨਹੀਂ ਸੀ ਜਿਸ ਫੀਲਡ ਵੱਲ ਨੂੰ ਵੜ ਗਈ, ਬਿਕੋਜ਼ ਸਟਾਰਟਿੰਗ ਵਿੱਚ ਰੁਕਾਵਟਾਂ ਹੀ ਆਉਂਦੀਆਂ ਸੀ, ਕੋਈ ਇੰਨਾ ਉਤਸ਼ਾਹ ਨਹੀਂ ਸੀ ਮਿਲਦਾ। ਤੇ ਚੰਗਾ ਲੱਗ ਰਿਹਾ ਆ। ਤੇ ਇਸ ਤਰ੍ਹਾਂ ਦਾ ਕੋਈ ਵੀ ਸੁਪਨਾ ਨਹੀਂ ਹੈ ਕਿ ਜਿਹੜਾ ਮੇਰਾ ਪੂਰਾ ਨਹੀਂ ਹੋਇਆ ਹੋਵੇ। ਅੱਛਾ, ਮੇਰੀ ਇੱਕ ਗੱਲ ਹੋਰ, ਜਿਸ ਤਰ੍ਹਾਂ ਤੁਸੀਂ ਗਜ਼ਲ ਵਰਗੀ ਵਿਧਾ ਜਿਹੜੀ ਬਹੁਤ ਔਖਾ ਆ ਜੀ, ਤੇ ਜੇ ਆਪਾਂ ਔਰਤ ਲੇਖਕਾਂ ਦੀ ਇਹ ਗੱਲ ਕਰੀਏ ਨਾ ਗਿਣਨੇ ਹੋਣ ਤੇ ਬਹੁਤ ਘੱਟ ਨੇ ਕਿ ਜਿਹੜੀਆਂ ਬਹੁਤ ਖੂਬਸੂਰਤ ਗਜ਼ਲ ਲੜਕੀਆਂ ਲਿਖ ਰਹੀਆਂ। ਮਰਦ ਤਾਂ ਲੇਖਕ ਤਾਂ ਬਹੁਤ ਲਿਖ ਰਹੇ। ਇਹਨਾਂ ਜਿਹੜੀ ਔਰਤ ਲੇਖਕਾਵਾਂ ਨੇ ਉਹਨਾਂ ਦਾ ਗਜ਼ਲ ਵੱਲ ਘੱਟ ਆਉਣਾ ਕੀ ਕਾਰਨ ਹੋ ਸਕਦੇ ਆ? ਇਸ ਬਾਰੇ ਦੇਖੋ ਜੀ, ਸਭ ਦੇ ਵੱਖੋ ਵੱਖਰੇ ਵਿਚਾਰ ਹੈਗੇ ਆ। ਇੱਕ ਤਾਂ ਮੇਨ ਇਹੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਘਰੇਲੂ ਮਸਰੂਫੀਅਤ ਜ਼ਿਆਦਾ ਲੱਗਦੀ ਹੈ ਔਰਤਾਂ ਨੂੰ, ਭਾਵੇਂ ਕਿੰਨਾ ਵੀ ਸਹਿਯੋਗ ਕਰਦੇ ਆ ਹਸਬੈਂਡਸ ਜਾਂ ਜੋ ਵੀ ਪਰਿਵਾਰਿਕ, ਫਿਰ ਵੀ ਜਿਹੜਾ ਸਾਡੇ ਅੰਦਰ ਇੰਟਰਨਲ ਕੁਛ ਨਾ ਕੁਛ ਸਾਡੇ ਅੰਦਰ ਫੀਲਿੰਗ ਹੁੰਦੀ ਕਿ ਇਹ ਮੇਰੀ ਰਿਸਪੌਂਸਿਬਿਲਿਟੀ ਆ ਕਿ ਆਪਣੇ ਬੱਚਿਆਂ ਦੀ ਕੇਅਰ ਕਰਨੀ, ਜਾਂ ਘਰ ਦੀ ਸਾਂਭ ਸੰਭਾਈ ਆ, ਜਾਂ ਆਪਣੀ ਰਿਸ਼ਤੇਦਾਰੀ ਵਿੱਚ ਵਿਚਰਨਾ ਆ, ਫਰਜ਼ ਨਿਭਾਉਣੇ, ਉਹ ਮੇਰੇ ਹਿੱਸੇ ਆਏ ਆ। ਔਰਤ ਦੇ ਮਨ 'ਚ ਇਹ ਵੀ ਹੈ, ਤੇ ਉਸ ਬੇਸ ਤੇ ਆਪਾਂ ਲਾਈਏ ਤੇ ਸਾਨੂੰ ਥੋੜਾ ਜਿਹਾ ਲੱਗਦਾ ਹੈ ਕਿ ਘੱਟ ਹੈਗੇ। ਵੈਸੇ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ ਔਰਤਾਂ, ਇਦਾਂ ਦੀ ਕੋਈ ਗੱਲ ਨਹੀਂ ਕਿ ਘੱਟ ਹੈ। ਕਾਫੀ ਅੱਜ ਕੱਲ੍ਹ ਤੇ ਗਜ਼ਲ ਦੇ ਵਿੱਚ ਕਾਫੀ ਆ ਗਏ ਆ। ਅੱਛਾ ਸਰਜੀਤ ਜੀ, ਇੱਕ ਗੱਲ, ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਬਹੁਤ ਸਾਰੇ ਆਉਂਦੇ ਆ, ਸਾਰਿਆਂ ਦੀ ਜ਼ਿੰਦਗੀ 'ਚ ਆਉਂਦੇ। ਜੀ ਜੀ ਜੀ। ਕਿਸੇ ਵੇਲੇ ਕੁਝ ਇਹੋ ਜਿਹਾ ਪਲ ਹੁੰਦਾ ਕਿ ਬਹੁਤ ਉਹ ਉਹਨੇ ਤੁਹਾਨੂੰ ਖਾਈ ਵਿੱਚ ਸੁੱਟਿਆ ਹੁੰਦਾ, ਖੱਡ ਵਿੱਚ ਸੁੱਟਿਆ ਹੁੰਦਾ, ਮਤਲਬ ਉਦਾਸੀ ਦੀ ਇੰਤਹਾ ਦਿੱਤੀ ਹੁੰਦੀ ਆ, ਤੇ
ਉਹ ਕਿਸੇ ਵੇਲੇ ਉਹ ਪਲ ਜਿਹੜਾ ਸਾਰੀ ਉਮਰ ਹੀ ਤੁਹਾਡੇ ਨਾਲ ਚੱਲਦਾ, ਜਦੋਂ ਕਿਤੇ ਯਾਦ ਆਉਂਦੀ ਆ ਉਹ ਗੱਲ ਤੇ ਐਨ ਅੰਦਰ ਬੰਦੇ ਦਾ ਵਲੂੰਦਰਿਆ ਜਾਂਦਾ, ਤਰਪਕ ਨਾਲ ਭਰ ਜਾਂਦਾ। ਜੀ। ਕੋਈ ਜ਼ਿੰਦਗੀ ਦਾ ਐਸਾ ਲਮਹਾ ਜਿਹਨੂੰ ਯਾਦ ਕਰਕੇ ਤੁਸੀਂ ਅੱਜ ਵੀ ਉਦਾਸ ਹੋ ਜਾਂਦੇ ਹੋ, ਅੱਜ ਵੀ ਉਸ ਸਮੇਂ 'ਚ ਜਾ ਕੇ ਡਿੱਗ ਪੈਂਦੇ ਹੋ? ਹਾਂਜੀ, ਇਸ ਤਰ੍ਹਾਂ ਦੇ ਲਮੇ ਹੈ ਤੇ ਹੈ, ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੇ ਆ। ਪਰ ਆਪਾਂ ਕੋਈ ਇਹੋ ਜਿਹੇ ਪਲ ਵੀ ਆਏ ਹੋਣਗੇ ਕਿ ਜਿਹਨੂੰ ਅੱਜ ਵੀ ਯਾਦ ਕਰਕੇ ਜਦੋਂ ਵੀ ਉਹ ਪਲ ਸਾਹਮਣੇ ਆਉਂਦਾ ਹੋਊਗਾ ਉਸ ਘਟਨਾ ਨੂੰ ਯਾਦ ਕਰਦੇ ਹੋਗੇ, ਜਿਉਣ ਨੂੰ ਦਿਲ ਕਰ ਆਉਂਦਾ, ਨੱਚਣ ਨੂੰ ਦਿਲ ਕਰ ਆਉਂਦਾ, ਕੋਈ ਉਹੋ ਜਿਹਾ ਪਲ ਜਿਹਨੂੰ ਯਾਦ ਕਰਕੇ ਬਹੁਤ ਖੁਸ਼ ਹੁੰਦੇ ਹੋ? ਉਹ ਪਲ ਮੈਨੂੰ ਇੰਜ ਲੱਗਦਾ ਹੁੰਦਾ ਕਿ ਜਿਹੜੇ ਪਹਿਲੇ ਤਾਏ ਚਾਚੇ ਦੇ ਭੈਣ ਭਰਾਵਾਂ ਦੇ ਨਾਲ ਜਿਹੜੀ ਪਰਿਵਾਰਿਕ ਸਾਂਝ ਸੀਗੀ, ਜਾਂ ਜੋ ਸਾਨੂੰ ਵੱਡਿਆਂ ਕੋਲੋਂ ਪਿਆਰ ਮਿਲਦਾ ਹੈ ਜਾਂ ਅਸੀਂ ਉਹਨਾਂ ਲਈ ਸਤਿਕਾਰ ਕਰਦੇ ਸੀ ਤੇ ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੁੰਦੀ ਸੀ, ਉਹ ਪਲ ਮੈਨੂੰ ਬਹੁਤ ਬਹੁਤ ਭਾਵੁਕ ਕਰਦੇ ਆ, ਬਹੁਤ ਚੰਗੇ ਲੱਗਦੇ ਆ। ਅੱਛਾ, ਆਪ ਜਿਸ ਤਰ੍ਹਾਂ ਮਤਲਬ ਆਪਾਂ ਗੱਲ ਕਰ ਰਹੇ ਆ, ਜਿਹੜੀ ਅੱਜ ਕੱਲ ਦੀ ਆਲੋਚਨਾ ਹੋ ਰਹੀ ਆ ਜੀ, ਕੀ ਤੁਸੀਂ ਮਤਲਬ ਇਹਨੂੰ ਤੁਹਾਡੀ ਕਿਤਾਬ ਨੂੰ ਮਤਲਬ ਦੀ ਆਲੋਚਨਾ ਤੋਂ ਤੁਸੀਂ ਸੰਤੁਸ਼ਟ ਆ? ਕੋਈ ਹੁੰਗਾਰਾ ਮਿਲਿਆ ਜਾਂ ਕਿਸ ਤਰ੍ਹਾਂ ਦਾ ਚਾਹੁੰਦੇ ਸੀ ਕਾਗਜ਼ੀ ਕਿਰਦਾਰ ਬਾਰੇ? ਕਾਗਜ਼ੀ ਕਿਰਦਾਰ ਬਾਰੇ ਮੈਂ ਇੰਨਾ ਕਹਿਣਾ ਚਾਹਾਂਗੀ ਕਿ ਹਾਂਜੀ, ਆਲੋਚਨਾ ਹੋਣੀ ਚਾਹੀਦੀ ਆ ਤੇ ਜਦੋਂ ਆਲੋਚਨਾ ਹੁੰਦੀ ਹੈ ਤੇ ਉਸ ਨੂੰ ਸਾਨੂੰ ਸਵੀਕਾਰ ਵੀ ਕਰਨਾ ਚਾਹੀਦਾ। ਉਹਦੇ ਵਿੱਚੋਂ ਸਾਨੂੰ ਬਹੁਤ ਕੁਝ ਵਧੀਆ ਸਿੱਖਣ ਲਈ ਮਿਲਦਾ ਆ। ਤੇ ਹਾਂਜੀ, ਕਿਤਾਬ ਨੂੰ ਚੰਗਾ ਹੁੰਗਾਰਾ ਮਿਲਿਆ ਅਜੇ ਤੱਕ ਤੇ ਜਿੰਨੇ ਕੁ ਮਤਲਬ ਕਿਸੇ ਨੇ ਵਿਚਾਰੀ ਹੈ ਤੇ ਪ੍ਰਸ਼ੰਸਾ ਵੀ ਮਿਲੀ ਆ, ਪਰ ਮੈਂ ਚਾਹੁੰਦੀ ਕਿ ਖੁੱਲ੍ਹ ਕੇ ਇਹਦੀ ਆਲੋਚਨਾ ਕੀਤੀ ਜਾ ਸਕੇ ਤਾਂ ਕਿ ਮੈਨੂੰ ਆਪਣੀਆਂ ਤਰੁੱਟੀਆਂ ਦਾ ਜਿਹੜਾ ਮੈਂ ਭਵਿੱਖ ਵਿੱਚ ਉਹਨਾਂ ਨੂੰ ਦੂਰ ਕਰ ਸਕਾਂ, ਮੈਨੂੰ ਪਤਾ ਲੱਗ ਸਕੇ। ਜਿੱਦਾਂ ਅਚਾਨਕ ਤੁਹਾਡੇ ਹਸਬੈਂਡ ਜਾਂ ਬੱਚੇ ਮਤਲਬ ਤੁਹਾਡੇ ਲਈ ਤੁਹਾਨੂੰ ਇਹ ਕਹਿ ਦੇਣ ਕਿ ਮਤਲਬ ਅੱਜ ਤੋਂ ਬਾਅਦ ਤੁਸੀਂ ਲਿਖਣਾ ਛੱਡ ਦੇਣਾ, ਫਿਰ ਤੁਸੀਂ ਕਿੱਦਾਂ ਲਓਗੇ ਇਸ ਗੱਲ ਨੂੰ? ਪਹਿਲੀ ਤਾਂ ਗੱਲ ਇਸ ਤਰ੍ਹਾਂ ਦਾ ਕੁਝ ਹੋਏਗਾ ਹੀ ਨਹੀਂ ਕਿ ਬਾਕੀ ਇਦਾਂ ਰੁਕਿਆ ਵੀ ਨਹੀਂ ਜਾ ਸਕਦਾ। ਉਹ ਸਮਾਂ ਹੋ ਸਕਦਾ ਹੈ ਕਿ ਉਹ ਮਜਬੂਨ ਚੇਂਜ ਹੋ ਜਾਵੇ, ਕੁਝ ਉਦਾਸੀ ਦੇ ਤੌਰ ਤੇ ਚਲੇ ਜਾਵੇ, ਪਰ ਵੈਸੇ ਵੀ ਜ਼ਿਆਦਾਤਰ ਪੋਇਟਰੀ ਮੇਰੀ ਜਿਹੜੀ ਉਦਾਸੀ ਵਿੱਚੋਂ ਹੀ ਉਪਜੀ ਆ ਤੇ ਲੱਗਦਾ ਨਹੀਂ ਕਿ ਉਹ ਰੁਕਿਆ ਜਾ ਸਕਦਾ, ਕਿਉਂਕਿ ਇਹ ਅੰਦਰੋਂ ਫੀਲਿੰਗ ਆਉਂਦੀ ਹੈ। ਨਾ ਤੇ ਕਿਸੇ ਦੇ ਕਿਆਨ ਲਿਖਿਆ ਹੀ ਜਾ ਸਕਦਾ ਹੈ, ਕਲਮ ਚੱਲਦੀ ਹੈ ਤੇ ਨਾ ਕਲਮ ਰੁਕੀ ਸਕਦੀ ਹੈ ਕਿਸੇ ਦੇ ਕਿਆਨ। ਅੱਛਾ ਜੀਤ ਜੀ, ਤੁਸੀਂ ਜਦੋਂ ਵੀ ਭਾਰਤ ਆਉਂਦੇ ਆ, ਪੰਜਾਬ ਆਉਂਦੇ ਆ ਜੀ, ਤੇ ਬਹੁਤ ਸਾਰੇ ਜਿਹੜੇ ਤੁਹਾਡੇ ਨੇੜਲੇ ਦੋਸਤ ਆ ਜੀ, ਸਹਿਜ ਸੁਭਾਵਾਂ ਵਾਲੇ ਤੁਹਾਨੂੰ ਬੁਲਾਉਂਦੇ ਹੋਣਗੇ, ਜਾਂਦੇ ਵੀ ਆ ਤੁਸੀਂ, ਤੇ ਕਦੀ ਮਹਿਸੂਸ ਕੀਤਾ ਕਿ ਇੱਥੇ ਗਰੁੱਪ ਬਣੇ ਹੋਏ ਲੇਖਕਾਂ ਦੇ ਜਾਂ ਕੋਈ ਤੁਹਾਡੇ ਸਾਹਮਣੇ ਆਈਆਂ ਹੋਣ ਇਹੋ ਜਿਹੀਆਂ ਗੱਲਾਂ? ਦੇਖੋ, ਮੈਂ ਇਹਨਾਂ ਗੱਲਾਂ ਨੂੰ ਬਹੁਤੀ ਤਵੱਜੋ ਨਹੀਂ ਦਿੰਦੀ, ਪਰ ਹਾਂਜੀ ਜਿੱਥੇ ਵੀ ਆਪਾਂ ਮੈਂਬਰ 2-4 ਬੈਠਦੇ ਆ, ਹਰ ਇੱਕ ਦੇ ਵਿਊਜ਼ ਵੱਖਰੇ ਹੁੰਦੇ ਆ ਤੇ ਹੋਣੇ ਵੀ ਚਾਹੀਦੇ ਆ ਤੇ ਇਸ ਤਰ੍ਹਾਂ ਦਾ ਆਪਾਂ ਨੂੰ ਸਵੀਕਾਰ ਕਰਨਾ ਵੀ ਚਾਹੀਦਾ ਆ। ਇਹਦੇ ਵਿੱਚ ਇਹ ਨਹੀਂ ਆ ਕਿ ਆਪਾਂ ਨੂੰ ਹਮੇਸ਼ਾ ਨੈਗੇਟਿਵਲੀ ਹੀ ਉਹਨਾਂ ਨੂੰ ਲੈਣਾ ਕਿ ਗਰੁੱਪ ਕਿਉਂ ਬਣੇ ਆ। ਇਹ ਇੱਕ ਦੂਜੇ ਨੂੰ ਪ੍ਰਫੁੱਲਿਤ ਕਰਨ ਲਈ ਜ਼ਰੂਰੀ ਹੁੰਦਾ ਹੈ। ਅੱਛਾ, ਸਾਹਿਤ ਵਿੱਚ ਨਾ ਦੇਖੋ, ਗਜ਼ਲ ਆ, ਤੁਸੀਂ ਗਜ਼ਲ ਕਿਤਾਬ ਵੀ ਲਿਖੀ ਆ, ਕਹਾਣੀ ਆ, ਨਾਵਲ ਆ, ਫਿਕਸ਼ਨ ਆ, ਲੇਖ ਆ, ਇਹਦੇ ਵਿੱਚੋਂ ਕਿਹੜੀ ਵਿਧਾ ਨੂੰ ਜ਼ਿਆਦਾ ਪਸੰਦ ਕਰਦੇ ਤੁਸੀਂ? ਮੈਂ ਸਾਰੀਆਂ ਵਿਧਾ ਹੀ ਵੈਸੇ ਮੈਨੂੰ ਪਸੰਦ ਆ। ਜ਼ਿਆਦਾਤਰ ਮੈਂ ਸ਼ੁਰੂ ਤੋਂ ਨਾਵਲ ਹੀ ਪੜ੍ਹਦੀ ਰਹੀ ਹਾਂ ਜਾਂ ਕਹਾਣੀਆਂ, ਪਰ ਹਾਂਜੀ ਮੈਂ ਉਹ ਚੀਜ਼ ਕਲਮ ਰਾਹੀਂ ਲੈ ਕੇ ਨਹੀਂ ਆ ਸਕੀ ਤੇ ਲਿਖਣ ਵਿੱਚ ਮੈਨੂੰ ਸ਼ੁਰੂ ਤੋਂ ਛੋਟੀ ਪੋਇਟਰੀ ਜਾਂ ਲੋਕ ਰੰਗ ਜ਼ਿਆਦਾ ਲਿਖਦੀ ਰਹੀ ਹਾਂ। ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਹੁਣ ਗਜ਼ਲ ਦੀ ਵੀ ਵੱਲ ਲੱਗ ਗਈ। ਪੜ੍ਹਨਾ ਮੈਨੂੰ ਕਹਾਣੀ ਤੇ ਨਾਵਲ ਜ਼ਿਆਦਾ ਪਸੰਦ ਆ। ਜੀਤ ਜੀ, ਇੱਕ ਕਿ ਬਹੁਤ ਸਾਰੇ ਸਵਾਲ ਹੋ ਸਕਦਾ ਮੈਂ ਪੁੱਛਣੋਂ ਵੀ ਰਹਿ ਗਿਆ ਹੋਵਾਂ ਤੁਹਾਡੇ ਕੋਲੋਂ, ਤੇ ਮੇਰੇ ਕਹਿਣ ਦਾ ਭਾਵ ਕਿ ਜੇ ਮੈਂ ਕੁਝ ਪੁੱਛਣੋਂ ਰਹਿ ਗਿਆ ਤੇ ਤੁਸੀਂ ਉਹ ਗੱਲ ਕਰਨੀ ਚਾਹੁੰਦਾ ਤੇ ਉਹ ਸਾਡੇ ਨਾਲ ਸਾਂਝੀ ਕਰੋ। ਨਹੀਂ ਸਰ, ਮੈਨੂੰ ਇਦਾਂ ਦਾ ਕੁਝ ਨਹੀਂ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਮੈਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਲੱਗਦਾ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਇਸ ਮੰਚ ਤੇ ਬੁਲਾ ਕੇ ਮੈਨੂੰ ਲੇਖਕਾਂ ਦੇ ਅੰਬਰਾਂ ਦੇ ਸਿਰਨਾਵੇ ਦੇ ਰੂਬਰੂ ਕੀਤਾ ਹੈ। ਚੰਗਾ ਲੱਗ ਰਿਹਾ ਹੈ। ਜੀਤ ਜੀ, ਇੱਕ ਗੱਲ ਹੋਰ ਆ ਵੀ ਜਿਸ ਤਰ੍ਹਾਂ ਅੱਜ ਕੱਲ੍ਹ ਬਾਹਰ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਜੀ, ਮਤਲਬ ਉਹਦੇ ਵਿੱਚ ਆਰਥਿਕ ਸਾਡੀ ਹੈਗੀ ਆ, ਮੰਦਹਾਲੀ ਆ, ਇੱਥੋਂ ਦਾ ਸਿਸਟਮ ਕਹਿ ਲਓ ਕਿ ਸਰਕਾਰਾਂ ਆਪਣੇ ਬੱਚੇ, ਸਾਡੇ ਪੰਜਾਬ ਦੀ ਜਵਾਨੀ ਨੂੰ ਸਾਂਭ ਨਹੀਂ ਪਾਉਂਦੀ ਤੇ ਉਹ ਭੱਜਦੇ ਆ ਲੋਕ ਬਾਹਰ ਚੱਲ ਜਾਂਦੇ ਹੈ ਨਾ। ਤੇ ਜਦੋਂ ਇੱਥੋਂ ਜਿਹੜੀਆਂ ਨੌਜਵਾਨ ਕੁੜੀਆਂ ਜਾਂਦੀਆਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਜਰਮਨ ਪੜਨ ਜਾਂਦੇ ਆ, ਸਾਈਪ੍ਰਸ ਤੇ ਜਾਂਦੇ ਆ, ਯੂਕਰੇਨ ਜਾਂਦੇ ਆ, ਤੇ ਉੱਥੇ ਜਾ ਕੇ
ਜਿਹੜੀ ਲੜਕੀਆਂ ਉਹਨਾਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਪੜ੍ਹਦੇ, ਅਖਬਾਰਾਂ 'ਚ ਪੜ੍ਹਦੇ ਕਿੰਨਾ ਕਿ ਬਹੁਤ ਸਾਰੀਆਂ ਮੁਸ਼ਕਲਾਂ 'ਚ ਉਹਨਾਂ ਨੂੰ ਲੰਘਣਾ ਵੀ ਪੈਂਦਾ। ਤੁਸੀਂ ਇਹਦੇ ਬਾਰੇ ਮਤਲਬ ਜਿਹੜੀ ਸਾਡੀ ਪੜ੍ਹਾਈ ਕਰਕੇ +2 ਗ੍ਰੈਜੂਏਸ਼ਨ ਕਰਕੇ ਕੋਈ ਕੁੜੀ ਬਾਹਰ ਜਾਣਾ ਚਾਹੁੰਦੀ ਆ ਪੰਜਾਬ ਦੀ, ਉਹਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਦੇਖੋ ਵਿਸ਼ਾਲ ਜੀ, ਇਹ ਪਹਿਲਾਂ ਤਾਂ ਰੁਝਾਨ ਇੰਨਾ ਹੈ ਨਹੀਂ ਸੀ, ਲੜਕੀਆਂ ਦਾ ਰੁਝਾਨ ਨਹੀਂ ਸੀ। ਜੇ ਅੱਜ ਤੋਂ 20 ਸਾਲ ਪਹਿਲਾਂ ਦਾ ਆਪਾਂ ਗੱਲ ਕਰੀਏ, ਜਦ ਸਾਡੇ ਟਾਈਮ ਇਸ ਤਰ੍ਹਾਂ ਦਾ ਕੁਝ ਨਹੀਂ। ਹਾਂਜੀ, ਲੜਕੇ ਹੀ ਜ਼ਿਆਦਾਤਰ ਜਾਂਦੇ ਸੀ। ਮੋਸਟਲੀ ਇਹ ਦੇਖਿਆ ਕਿ ਲੜਕਿਆਂ ਨਾਲੋਂ ਵੀ ਲੜਕੀਆਂ ਜ਼ਿਆਦਾ ਬਾਹਰ ਜਾ ਰਹੀਆਂ, ਬੈਂਡ ਵੱਧ ਲੈ ਲੈਂਦੀਆਂ ਆ ਤੇ ਉਹਨਾਂ ਦੇ ਅਕੋਰਡਿੰਗ ਉਧਰ ਸੈਟਿੰਗ ਕਰਦੇ ਜੋ ਵੀ ਹੈ। ਪਰ ਉਧਰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਵਿੱਚ ਕੁਛ ਘਾਟ ਸਾਡੀਆਂ ਸਰਕਾਰਾਂ ਦੀ ਵੀ ਹੈ। ਹਾਂਜੀ, ਤੇ ਮੈਂ ਚਾਹੁੰਦੀ ਹਾਂ ਕਿ ਉਧਰ ਜਾਣ ਨਾਲੋਂ ਲੜਕੀਆਂ ਦੀ ਸਟੱਡੀ ਤੇ ਇੱਧਰ ਹੀ ਫੋਕਸ ਕੀਤਾ ਜਾਵੇ। ਇੱਧਰ ਹੀ ਕੋਈ ਐਜੂਕੇਸ਼ਨ ਦਾ ਸਿਸਟਮ ਇਸ ਤਰ੍ਹਾਂ ਦਾ ਆਵੇ ਕਿ ਲੜਕੀਆਂ ਨੂੰ ਇਹ ਧੱਕੇ ਨਾ ਖਾਣੇ ਪੈਣ। ਕਈਆਂ ਨੂੰ ਤੇ ਉਹ ਸੈੱਟ ਆ ਜਾਂਦਾ ਕਿਉਂਕਿ ਅੱਗੇ ਪਰਿਵਾਰ ਵੀ ਹੁੰਦੇ ਆ ਸੰਭਲ ਵਾਲੇ, ਗਾਈਡੈਂਸ ਦੇਣ ਵਾਲੇ, ਪਰ ਜੋ ਇਕੱਲੇ ਤੌਰ ਤੇ ਆਪਣੇ ਬੇਸ ਤੇ ਜਾਂਦੀਆਂ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਤ ਜੀ, ਆਪਾਂ ਤੁਹਾਡੀ ਰਚਨਾ ਬਾਰੇ, ਤੁਹਾਡੀ ਸਿਰਜਣ ਪ੍ਰਕਿਰਿਆ ਬਾਰੇ, ਘਰੇਲੂ ਮਾਹੌਲ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਤੁਸੀਂ ਇੱਥੇ ਸਾਡੇ ਸੱਦੇ ਤੇ ਸਾਡਾ ਸੱਦਾ ਪ੍ਰਵਾਨ ਕਰਕੇ ਸਾਡੇ ਕੋਲ ਪਹੁੰਚੇ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ। ਬਹੁਤ ਬਹੁਤ ਸ਼ੁਕਰੀਆ। ਸਾਡੇ ਦੋਸਤੋ, ਇਹ ਸਨ ਜੀਤ ਸੁਰਜੀਤ ਬੈਲਜੀਅਮ ਤੋਂ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ। ਅਗਲੇ ਹਫਤੇ ਤੱਕ ਇਜਾਜ਼ਤ, ਅਸੀਂ ਫਿਰ ਕਿਸੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਲਈ ਤੁਹਾਡਾ ਸ਼ੁਕਰੀਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।